ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਬਾਬਾ ਫਰੀਦ ਜੀਓ ਕੇ। ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ। ਇਹ ਦੁਏ ਨੈਣਾ ਮਤ ਸੁਹਾਓ, ਫਿਰ ਦੇਖਣ ਕੀ ਆਸ। ਬਾਬਾ ਫਰੀਦ ਜੀ ਸਮਝਾ ਰਹੇ ਨੇ, ਐ ਕਹਿ ਲਓ ਵੀ ਬੁੱਧੀ ਮਨ ਨੂੰ ਉਪਦੇਸ਼ ਕਰਦੀ ਹੈ। ਬੁੱਧੀ ਮਨ ਨੂੰ ਕਦੋਂ ਉਪਦੇਸ਼ ਕਰਦੀ ਹੈ? ਜਦੋਂ ਮਨ 'ਤੇ ਵਿਜੇ ਪ੍ਰਾਪਤ ਕਰ ਲੈਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਨ 'ਤੇ ਵਿਜੇ ਪ੍ਰਾਪਤ ਕਰਨੀ, ਮਨ ਨੂੰ ਬਸ ਕਰਨਾ, ਉਹੀ ਤਾਂ ਵਿਧੀ ਹੈ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਜਿੰਨਾ ਵੀ ਗਿਆਨ ਦਾ ਉਪਦੇਸ਼ ਹੈ ਮਨ ਨੂੰ ਬਸ ਕਰਨ ਖਾਤਰ। ਆਤਮਾ ਸੁੱਤੀ ਪਈ ਹੈ, ਕਿਆ ਤੂੰ ਸੋਇਆ ਜਾਗ ਆਣਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਰਵਿਦਾਸ ਜੀ ਸਮਝਾਉਂਦੇ ਨੇ, ਆਤਮਾ ਸੁੱਤੀ ਪਈ ਹੈ, ਬਾਣੀ ਜਗਾਉਂਦੀ ਹੈ। ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਉਹ ਗੁਰਸਿੱਖ ਅੰਮ੍ਰਿਤ ਬਾਣੀ ਬੋਲਦੇ ਨੇ, ਹਰ ਦਾ ਜਸ ਕਰਦੇ ਨੇ, ਕਿਉਂਕਿ ਹਰ ਦਾ ਦਰਸ਼ਨ ਕਰ ਲੈਂਦੇ ਨੇ। ਉਹ ਬਾਣੀ ਹਰ ਦਰਸ਼ਨ ਹੈ, ਸਭ ਤੇ ਉੱਤਮ ਹਰ ਕੀ ਕਥਾ। ਨਾਮ ਸੁਣਤ ਦਰ ਦੁੱਖ ਲੱਥਾ। ਜਿਹੜੇ ਸੁਣਨਗੇ ਦੁੱਖਾਂ ਤੋਂ ਛੁਟਕਾਰਾ ਹੋ ਜੂ ਉਹਨਾਂ ਦਾ, ਆਤਮਾ ਪ੍ਰਾਤਮਾ 'ਚ ਲੈ ਹੋ ਜੂ, ਉਹਦੀ ਗਤੀ ਹੋ ਜੂਗੀ। ਪਰ ਜਿੰਨੇ ਅਸੀਂ ਧਰਮ ਕਰਮ ਕਰਦੇ ਹਾਂ ਉਹ ਸਾਰੇ ਸਰੀਰ ਕਰਕੇ ਕਰਦੇ ਹਾਂ। ਉਹੀ ਬਾਬਾ ਫਰੀਦ ਜੀ ਦੇ ਸਰੂਪ 'ਤੇ ਵੀ ਦਿਖਾਉਂਦੇ ਹਾਂ ਆਪਾਂ। ਕੌਂ ਉਹਦੇ ਅੱਖਾਂ ਨੂੰ ਨੋਚ ਰਿਹਾ ਵਾ, ਸਰੀਰ ਨੂੰ ਨੋਚ ਰਿਹਾ ਵਾ, ਉਹ ਗੱਲ ਨਹੀਂ ਹੈਗੀ ਭਾਈ। ਉਹ ਤਾਂ ਪ੍ਰਮਾਣ ਦਿੱਤੇ ਹੋਏ ਨੇ। ਜੇ ਅੱਖਾਂ ਕੌਂ ਨੇ ਨੋਚ ਲਈਆਂ ਤਾਂ ਫਿਰ ਦਰਸ਼ਨ ਕਿਵੇਂ ਹੋਊਗਾ? ਜਿਹੜਾ ਇਹ ਦਰਸ਼ਨ ਵਾ, ਇਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ। ਜੇ ਅੱਖਾਂ ਕੰਨਾਂ ਦਾ ਵਿਸ਼ਾ ਹੁੰਦਾ ਤਾਂ ਹਰ ਕੋਈ ਦਰਸ਼ਨ ਕਰ ਸਕਦਾ ਹੈ ਕੁਦਰਤ ਦਾ, ਹਰ ਦਾ। ਜਿਹੜੇ ਸਾਡੇ ਗਿਆਨ ਇੰਦਰੇ ਨੇ, ਇਹਨਾਂ ਦੀ ਜਿਹੜੀ ਪਕੜ ਹੈ ਉਹ 10ਵੇਂ ਦੁਆਰ ਤੱਕ ਨਹੀਂ ਹੈਗੀ। 10ਵਾਂ ਦੁਆਰ ਜਿਹੜਾ ਆਪਾਂ ਹਰਦੁਆਰ ਕਿਹਾ ਬਾਣੀ ਵਿੱਚ, ਦੇਵਲੋਕ ਵੀ ਕਿਹਾ, ਉਹ ਸਾਡੀ ਮਨ ਬੁੱਧੀ ਦੀ ਪਕੜ ਤੋਂ ਪਰੇ ਦਾ ਵਿਸ਼ਾ ਵਾ। ਉਹ ਨਿਰਾਕਾਰ ਹੈ। ਅੱਖਾਂ ਨਾਲ ਦਰਸ਼ਨ ਨਹੀਂ ਹੋਣਾ ਕੁਦਰਤ ਦਾ, ਕੁਦਰਤ ਦਾ ਦਰਸ਼ਨ ਹੋਣਾ ਬੁੱਧੀ ਨਾਲ। ਜੇ ਅੱਖਾਂ ਨਾਲ ਦਰਸ਼ਨ ਹੁੰਦਾ ਤਾਂ ਭਗਤ ਗੁਰੂ ਸਾਹਿਬਾਨ, ਭਗਤ ਸਾਰੇ ਸੰਤ ਜਾਨੀ ਨੇ, ਉਹਨਾਂ ਦੇ ਘਰਦਿਆਂ ਨੂੰ ਵੀ ਨਹੀਂ ਪਤਾ ਲੱਗਿਆ, ਘਰ ਦੇ ਕਲੇਸ਼ ਕਰਦੇ ਰਹੇ। ਇਹ ਦਰਸ਼ਨ ਕਿਹਨਾਂ ਨੂੰ ਹੁੰਦਾ? ਭਾਗਾਂ ਵਾਲਿਆਂ ਨੂੰ, ਜਿਹਨਾਂ ਨੂੰ ਸਮਝ ਆਉਂਦੀ ਆ। ਸਮਝ ਕੀ ਹੈ? ਸਿਮਰਨ। ਉਹ ਕਿਤੋਂ ਮਿਲਣਾ? ਬਾਣੀ 'ਚੋਂ। ਇੱਥੇ ਬਾਬਾ ਜੀ ਦੇ ਸਰੂਪ 'ਤੇ ਦਿਖਾਉਂਦੇ ਨੇ, ਜਿਹੜਾ ਕੌਣ ਨੋਚਦਾ ਵਾ ਉਹ ਮਨ ਨੂੰ ਕਿਹਾ ਗਿਆ ਬਾਣੀ ਵਿੱਚ। ਮਨ ਜੀਤੇ ਜਗ ਜੀਤ। ਜਦੋਂ ਬੁੱਧੀ ਮਨ ਨੂੰ ਜਿੱਤ ਲੈਂਦੀ ਹੈ ਫਿਰ ਹੀ ਆਪਾਂ ਕਿਸੇ ਨੂੰ ਉਪਦੇਸ਼ ਕਰ ਸਕਦੇ ਹਾਂ। ਜੇ ਆਪਾਂ ਵਿਜੇ ਪ੍ਰਾਪਤ ਕਰ ਲਈਏ ਜਾਂ ਕੋਈ ਸਾਡੀ ਸੁਣਦਾ ਹੋਵੇ, ਜਦੋਂ ਕੋਈ ਸੁਣਦਾ ਨਾ ਹੋਵੇ ਆਪਾਂ ਕਿਵੇਂ ਉਪਦੇਸ਼ ਕਰ ਲਾਂਗੇ? ਇਵੇਂ ਬਾਣੀ ਜਿਹੜੀ ਹੈਗੀ ਭਗਤ ਗੁਰੂ ਸਾਹਿਬਾਨਾਂ ਦੀ, ਇਹ ਮਨ 'ਤੇ ਵਿਜੇ ਪ੍ਰਾਪਤ ਕਰਨ ਤੋਂ ਬਾਅਦ ਆਪਾਂ ਨੂੰ ਰਾਹ ਦੱਸਿਆ ਗਿਆ ਵਾ ਵੀ ਤੁਹਾਨੂੰ ਕਿਵੇਂ ਰਾਹ ਮਿਲੂਗਾ, ਕਿਵੇਂ ਪ੍ਰਾਪਤੀ ਕਰਨੀ ਹੈ। ਉਹੀ ਤਾਂ ਬਾਣੀ ਸਾਨੂੰ ਸਮਝਾ ਰਹੀ ਹੈ। ਕਾਗਾ ਕਰੰਗ ਢਡੋਲਿਆ, ਸਗਲਾ ਖਾਇਆ ਮਾਸ। ਬੁੱਧੀ ਮਨ ਨੂੰ ਸਮਝਾਉਂਦੀ ਹੈ, ਮਨਾ ਤੈਂ ਕਲਪਨਾ ਕਰ ਕਰਕੇ ਮੇਰਾ ਸਾਰਾ ਜੀਵਨ ਖਰਾਬ ਕਰਤਾ। ਜਿਹੜਾ ਸਾਡੇ ਕੋਲ ਸਮਾਂ ਸੀ, ਔਧ ਕਟੇ ਦਿਨ ਸਰਨਾਰੇ, ਮਨ ਮਿਲ ਗੁਰ ਕਾਜ ਸਵਾਰੇ। ਗੁਰੂ ਨਾਲ ਸ਼ਬਦ ਨਾਲ ਮਿਲ ਕੇ ਆਪਾਂ ਕਾਜ ਸਵਾਰਿਆ ਨਹੀਂ, ਸਮਾਂ ਆਪਣਾ ਚਲਿਆ ਗਿਆ ਸਾਰਾ। ਤਾਂ ਮੇਰਾ ਜੀਵਨ ਜਿਹੜੀ ਬੁੱਧੀ ਆਪਾਂ ਲੈ ਕੇ ਆਏ ਸੀ ਨਿਰਮਲ, ਉਹ ਬੁੱਧੀ ਆਪਾਂ ਨੂੰ ਪਤਾ ਹੀ ਹੈ। ਜਦੋਂ ਆਪਾਂ ਜਨਮ ਲੈਂਦੇ ਹਾਂ ਬੁੱਧੀ ਕਿਹੋ ਜਿਹੀ ਹੁੰਦੀ ਹੈ? ਨਿਰਮਲ ਹੁੰਦੀ ਹੈ। ਬੱਚੇ ਦੀ ਬੁੱਧੀ ਆਪਾਂ ਰੱਬ ਰੂਪ ਵੀ ਕਹਿੰਦੇ, ਰੱਬ ਰੂਪ ਨਹੀਂ ਹੁੰਦਾ। ਰੱਬ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ ਹੈਗਾ। ਹਾਂ, ਨਿਰਮਲ ਜ਼ਰੂਰ ਹੁੰਦੀ ਹੈ, ਕਿਉਂਕਿ ਕੁਦਰਤ ਦੀ ਪ੍ਰਾਪਤੀ ਕਰਨ ਖਾਤਰ ਤਾਂ ਅਸੀਂ ਆਉਂਦੇ ਹਾਂ ਦੇਵਲੋਕ ਦੇ ਵਿੱਚੋਂ। ਉਦੋਂ ਸਾਡੀ ਬੁੱਧੀ ਨਿਰਮਲ ਹੁੰਦੀ ਹੈ। ਫਿਰ ਜਿਵੇਂ ਅੱਖਾਂ ਖੁੱਲ੍ਹਦੀਆਂ ਨੇ, ਕੰਨ ਸੁਣਦੇ ਨੇ, ਫਿਰ ਇਹ ਮਨ ਸ਼ੈਤਾਨ ਦਾ ਰੂਪ ਧਾਰ ਲੈਂਦਾ ਹੈ। ਪਰ ਜੇ ਕਿਰਪਾ ਹੋ ਜਾਵੇ ਕੁਦਰਤ ਦੀ ਤਾਂ ਗੁਰ ਸ਼ਬਦ ਦਾ ਗਿਆਨ ਮਿਲਦਾ ਰਹੇ ਬੱਚਿਆਂ ਨੂੰ, ਜਾਂ ਘਰ 'ਚ ਗੁਰ ਦੀ ਸੰਗਤ, ਘਰ ਕੀਰਤਨ ਚੱਲਦਾ ਰਹੇ, ਗੁਰਬਾਣੀ ਦੀ ਵਿਚਾਰ ਹੁੰਦੀ ਰਹੇ, ਫਿਰ ਵੱਜ ਜਾਂਦਾ ਹੈ। ਫਿਰ ਇਹ ਗੁਰਸਿੱਖ ਬਣ ਜਾਂਦਾ। ਗੁਰੂ ਦੀ ਸਿੱਖਿਆ ਲੈਂਦਾ ਇੱਕ ਦਿਨ ਐਸਾ ਹੁੰਦਾ ਗੁਰਸਾਖੀ ਜੋਤ ਪ੍ਰਗਟ ਹੋਏ। ਇਹ ਜੋਤ ਗਿਆਨ ਰੂਪੀ ਸ਼ਬਦ ਜਿਹੜਾ ਇਹਦੇ ਅੰਦਰ ਫਿਰ ਪ੍ਰਗਟ ਹੋ ਜਾਂਦਾ। ਗਿਆਨ ਉਹ ਸਾਡਾ ਪਹਿਲਾ ਪਦਾਰਥ ਹੈ। ਫਿਰ ਇਹਨੂੰ ਮੁਕਤੀ ਮਿਲ ਜਾਂਦੀ, ਸੰਤੋਖ। ਫਿਰ ਉਦੋਂ ਬਾਅਦ ਭਗਤੀ ਸ਼ੁਰੂ ਹੁੰਦੀ। ਉਹੀ ਅਵਸਥਾ ਦੇ ਵਿੱਚ ਬਾਬਾ ਫਰੀਦ ਜੀ ਇਹ ਸਾਨੂੰ ਵਿਚਾਰ ਦੇ ਰਹੇ ਨੇ ਸ਼ਲੋਕ ਦੀ। ਕਾਗਾ ਕਰੰਗ ਢਡੋਲਿਆ, ਸਗਲਾ ਖਾਇਆ ਮਾਸ। ਬੁੱਧੀ ਮਨ ਨੂੰ ਸਮਝਾਉਂਦੀ ਹੈ। ਬੁੱਧੀ ਮਨ ਵਿਜੇ ਪ੍ਰਾਪਤ ਕਰੀ ਬੈਠੀ ਹੈ। ਮਨ ਚੁੱਪ ਹੈ। ਜਦੋਂ ਮਨ ਚੁੱਪ ਹੁੰਦਾ ਸੰਤੋਖ ਦੂਏ ਪਦਾਰਥ ਤੋਂ ਬਾਅਦ, ਜਿਹਨੂੰ ਮੁਕਤੀ ਕਿਹਾ ਬਾਣੀ ਵਿੱਚ, ਫਿਰ ਸਾਨੂੰ ਇਹ ਬਾਣੀ ਸਮਝ ਆਉਣੀ ਹੈ। ਫਿਰ ਹੀ ਅਸੀਂ ਦੂਏ ਨੂੰ ਸਮਝਾ ਸਕਦੇ। ਜਿਹਦਾ ਮਨ ਹੀ ਨਹੀਂ ਟਿਕਿਆ ਉਹ ਕਿਸੇ ਨੂੰ ਕੀ ਸਮਝਾਊਗਾ? ਕਬੀਰ ਮਨ ਪੰਖੀ ਪਿਓ ਦਹਿਦ ਸੁੱਟ ਜਾਏ, ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਖਾਏ।
ਜਿਹੋ ਜਿਹੀ ਸੰਗਤ ਕਰਦੇ ਹਾਂ ਉਹ ਜਿਹਾ ਸਾਡੇ 'ਤੇ ਅਸਰ ਹੋ ਜਾਂਦਾ। ਉਹੀ ਬਾਬਾ ਫਰੀਦ ਜੀ ਸਮਝਾ ਰਹੇ ਨੇ, ਕਾਗਾ ਕਰੰਗ ਢਡੋਲਿਆ ਸਗਲਾ ਖਾਇਆ ਮਾਸ। ਜਿਹੜੀ ਮੇਰੀ ਬੁੱਧੀ, ਸਾਡੇ ਗੁਣ ਸੀਗੇ ਬਚਪਨ ਤੋਂ, ਜਨਮ ਲੈਣ ਤੋਂ ਬਾਅਦ ਸਾਡੇ 'ਚ ਗੁਣ ਹੁੰਦੇ ਆ, ਬੈਰ ਵਿਰੋਧ ਨਹੀਂ ਹੁੰਦਾ ਬੱਚੇ ਦਾ ਕਿਸੇ ਨਾਲ, ਨਿਰਮਲ ਬੁੱਧੀ ਹੁੰਦੀ ਆ। ਤਾਂ ਨਾ ਭਗਤ ਜੀ ਨੂੰ ਵੀ ਪੁੱਛਿਆ ਵੀ ਇਹ ਜਿਹੜੀ ਕੁਦਰਤ ਦੀ ਤੁਸੀਂ ਪ੍ਰਾਪਤੀ ਕੀਤੀ ਆ, ਜਿਵੇਂ ਤੁਹਾਡੇ ਅੰਦਰੋਂ ਇਹ ਨਾਮ ਰੂਪੀ ਬਾਣੀ ਆ ਰਹੀ ਹੈ, ਇਹਨੂੰ ਸੁਣ ਕੇ ਬੜਾ ਆਨੰਦ ਤਾਂ ਆਉਂਦਾ, ਪਰ ਤੁਸੀਂ ਪ੍ਰਾਪਤੀ ਇਹਦੀ ਕਿਵੇਂ ਕੀਤੀ? ਵੀ ਤਾਂ ਭਗਤ ਧੰਨਾ ਜੀ ਕਹਿੰਦੇ ਨੇ ਵੀ ਧੰਨੇ ਪਾਇਆ ਬਾਲ ਬੁੱਧ। ਇਹ ਬਾਲ ਬੁੱਧ ਹੀ ਆਪਾਂ ਪ੍ਰਾਪਤੀ ਕਰਨੀ, ਜਿਹੜੇ ਬੈਰ ਵਿਰੋਧ ਨੇ ਸਾਡੇ ਗੁਰ ਸ਼ਬਦ ਦੇ ਗਿਆਨ ਤੋਂ ਬਾਅਦ ਜਾਣੇ ਆ। ਫਿਰ ਇਹ ਜੀਵ ਆਤਮਾ ਸਮਦ੍ਰਿਸ਼ਟੀ ਹੋ ਜਾਂਦੀ ਹੈ। ਇੱਥੇ ਬੁੱਧੀ ਮਨ ਨੂੰ ਕੋਸ਼ਦੀ ਹੈ, ਕਾਗਾ ਕਰਨ ਢੋਲਿਆ ਸਗਲਾ ਖਾਇਆ ਮਾਸ। ਤੈਂ ਕਲਪਨਾ ਕਰ ਕਰਕੇ ਮੇਰਾ ਸਾਰਾ ਜਿਹੜਾ ਬੁੱਧ ਬਲ ਖਤਮ ਕਰਤਾ। ਬਾਬਾ ਫਰੀਦ ਜੀ ਦਾ ਆਪਾਂ ਦੂਆ ਸ਼ਲੋਕ ਲੈ ਲੈਂਦੇ ਹਾਂ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂਡੇ ਕਾਗ ਅਜੇ ਸੁਰਬ ਨਾ ਬੋੜਿਓ, ਦੇਖ ਬੰਦੇ ਕੇ ਪਾ। ਇਹ ਸਾਡਾ ਜੀਵਨ ਐਂ ਹੀ ਨਿਕਲ ਜਾਂਦਾ ਵਾ। ਭਗਤ ਜੀ ਸਮਝਾਉਂਦੇ ਨੇ ਸਾਰਾ ਜੀਵਨ ਐਂ ਨਿਕਲ ਜਾਂਦਾ। ਕਿਹਦੀ ਖਾਤਰ ਸਾਨੂੰ ਮਨੁੱਖਾ ਦੇਹੀ ਦਿੱਤੀ ਸੀ ਕੁਦਰਤ ਨੇ, ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੀ ਉਹ ਸਾਡੀ ਰਹਿ ਜਾਂਦੀ ਹੈ। ਉਹੀ ਬਾਬਾ ਫਰੀਦ ਜੀ ਨੇ ਸਮਝਾਇਆ ਆਪਾਂ ਨੂੰ, ਕਹੇ ਜੇ ਬੰਦੇ ਦੇ ਭਾਗ ਨੇ, ਆਇਆ ਤਾਂ ਕੁਦਰਤ ਦਾ ਦਰਸ਼ਨ ਕਰਨ ਸੀਗਾ, ਕਾਲ ਨੂੰ ਫਿਰ ਫੜ ਕੇ ਲੈ ਜਾਂਦਾ। ਭਗਤ ਕਬੀਰ ਜੀ ਵੀ ਇਹੀ ਸਮਝਾਉਂਦੇ ਨੇ। ਫਿਰ ਇਹ ਹੱਥਾਂ ਜੋੜੀ ਕਰਦਾ ਵਾ ਜੀਵ, ਪਰ ਸਮੇਂ ਅਨੁਸਾਰ ਜਿਹੜਾ ਹੈਗਾ ਵਾ ਉਹਦੇ ਗੁਰਸ਼ਬਦ ਦੇ ਨਾਲ ਨਹੀਂ ਲੱਗਦਾ ਹੈਗਾ। ਲੋਕਾਂ ਨੂੰ ਉਪਦੇਸ਼ ਤਾਂ ਬਹੁਤ ਕਰਦਾ, ਧਰਮੀ ਬਣ ਜਾਂਦਾ, ਸਰੀਰ ਕਰਕੇ ਤਾਂ ਆਪਦੇ ਆਪ ਨੂੰ ਪੂਰਨ ਮੰਨਦਾ। ਔਰੋਂ ਕੋ ਉਪਦੇਸ਼ ਤੇ ਮੁਕਮੇ ਪਰ ਹੈ ਰੀਤ, ਰਾਸ ਬਗਾਨੀ ਰਾਗ ਤੇ ਕਾਇਆ ਕਰ ਕਾਕੇ। ਭਗਤ ਕਬੀਰ ਜੀ ਸਮਝਾਉਂਦੇ ਨੇ ਇਹ ਕੰਮ ਆਪਾਂ ਨਹੀਂ ਕਰਨਾ, ਆਪਾਂ ਤਾਂ ਸਿੱਖਿਆ ਲੈਣੀ ਆ ਗੁਰੂ ਦੀ। ਜਿੰਨੀ ਆਪਾਂ ਸਿੱਖਿਆ ਲਈ ਜਾਵਾਂਗੇ, ਸਾਰਾ ਜੀਵਨ ਸਿੱਖਿਆ ਲੈਂਦੇ ਲੈਂਦੇ ਆਪਣਾ ਨਿਕਲ ਜਾਵੇ। ਉਹੀ ਗੁਰਸਿੱਖ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਫਿਰ ਸਾਡੇ ਤੇ ਨਜ਼ਰ ਹੋਣੀ ਹੈ, ਫਿਰ ਅਸੀਂ ਪਾਰ ਨਿਕਲਣਾ ਵਾ, ਮਾਇਆ ਪਾਰ ਕਰਨੀ ਆ। ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਮਿਲਾਵੇ। ਗੁਰ ਸ਼ਬਦ ਦੇ ਗਿਆਨ ਨੇ ਸਾਨੂੰ ਜਿਹੜਾ ਪ੍ਰੀਤਮ ਹੈ, ਆਪਾਂ ਰਹਿ ਰਸ ਵੀ ਰੋਜ਼ ਪੜ੍ਹਦੇ ਹਾਂ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਦਾ ਦਰਸ਼ਨ ਸਾਨੂੰ ਹੋਣਾ, ਆਤਮਾ ਨੇ ਸਤਿਗੁਰ ਦੇ ਵਿੱਚ ਲੈ ਹੋਣਾ, ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ। ਉੱਥੇ ਹੀ ਇਹ ਬੁੱਧੀ ਮਨ ਨੂੰ ਸਮਝਾ ਰਹੀ ਹੈ, ਕਾਗਾ ਕਰਨ ਢੋਲਿਆ ਸਗਲਾ ਖਾਇਆ ਅੰਬਾਸ। ਇਹ ਦੂਏ ਨੈਣਾ ਮਤ ਛੂਓ ਫਿਰ ਦੇਖਣ ਕੀ ਆਸ। ਇਹ ਦੂਏ ਨਹੀਂ ਹੈ, ਦੂਏ ਅੰਤਰਮੁਖੀ ਬੁੱਧੀ। ਇਹ ਦੋ ਜਿਹੜੇ ਹੈਗੇ ਨੇ, ਇਹ ਤਾਂ ਅੱਖਾਂ ਇਹ ਤਾਂ ਮਾਇਆ ਦੀਆਂ ਨੇ, ਇਹਦੇ ਨਾਲ ਕੁਦਰਤ ਨਹੀਂ ਦਿੰਦੀ ਹੈਗੀ। ਜੇ ਇਹਦੇ ਨਾਲ ਦਿੰਦਾ ਹੋਵੇ ਤਾਂ ਫਿਰ ਬਹੁਤ ਸੁਖਾਲਾ ਵਾ, ਫਿਰ ਤਾਂ ਭਗਤੀ ਇਹ ਬਹੁਤ ਸੁਖਾਲੀ ਹੈ। ਤਾਈਓ ਤਾਂ ਕਿਹਾ ਸਤਿਗੁਰਾਂ ਨੇ, ਕਹੋ ਨਾਨਕ ਇਹ ਖੇਲ ਕਠਨ ਹੈ, ਕਿਹਨੂੰ ਗੁਰਮੁਖ ਹੋਏ ਜਾਣਾ। ਗੁਰ ਕੀ ਮੱਤ ਨਾਲ ਤਾਂ ਅਸੀਂ ਸਮਝ ਲਾਂਗੇ, ਆਪਦੀ ਮੱਤ ਨਾਲ ਤਾਂ ਕਿਸੇ ਨੇ ਪਾਰ ਪਾਇਆ ਨਹੀਂ ਹੈ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦੇ ਗਿਆਨ ਨੇ ਸਾਨੂੰ ਪ੍ਰੀਤਮ ਸਤਿਗੁਰ ਦਾ ਦਰਸ਼ਨ ਕਰਾ ਦੇਣਾ। ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਉੱਥੇ ਵੀ ਬਾਬਾ ਫਰੀਦ ਜੀ ਸਮਝਾਉਂਦੇ ਨੇ, ਇਹ ਦੂਏ ਨੈਣਾ ਮਤ ਛੋ ਫਿਰ ਦੇਖਣ ਕੀ ਆਸ। ਮਤਲਬ ਮਨ ਨੂੰ ਬੁੱਧੀ ਟਿਕਾ ਰਹੀ ਹੈ ਵੀ ਕਲਪਨਾ ਨਾ ਕਰ। ਥਿਰ ਕਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਸ ਮਾਰੀ। ਦਾ ਮਤਲਬ ਵੀ ਉਹੀ ਹੈ। ਉਹੀ ਭਗਤ ਜੀ ਸਮਝਾ ਰਹੇ ਨੇ ਆਪਾਂ ਨੂੰ ਵੀ ਜਿਹੜੀ ਮੇਰੀ ਹੁਣ ਆਸ ਬੱਝੀ ਹੈ, ਜਦੋਂ ਬੁੱਧੀ 'ਚ ਗਿਆਨ ਪੈਦਾ ਹੁੰਦਾ ਹੈ, ਫਿਰ ਇਹ ਆਸ ਬੱਝ ਜਾਂਦੀ ਹੈ। ਇਹ ਕੋਈ ਵੀ ਗੁਰਸਿੱਖ ਗੁਰਸੰਗਤ ਇਹਦੀ ਗੁਰਸ਼ਬਦ ਦੀ ਕਮਾਈ ਕਰੂਗੀ। ਸਤਿਗੁਰਾਂ ਦੇ ਵਚਨ ਨੇ, ਜੋ ਜੋ ਜਪੈ ਤਿਸ ਕੀ ਗਤ ਹੋਏ, ਚੌਂ ਵਰਨਾ ਕੋ ਉਪਦੇਸ਼ ਸਾਂਝਾ। ਦੋ ਹੀ ਉਪਦੇਸ਼ਾਂ 'ਚ ਆਪਾਂ ਨੂੰ ਸਮਝਾਇਆ, ਚੌਂ ਵਰਨਾਂ ਨੂੰ ਉਪਦੇਸ਼ ਸਾਂਝਾ। ਕੋਈ ਵੀ ਸਮਝ ਸਕਦਾ ਵਾ, ਪਰ ਜਿਹੜਾ ਜਪੂਗਾ ਉਹਦੀ ਗਤੀ ਹੋਊਗੀ, ਆਤਮਾ ਪ੍ਰਾਤਮਾ 'ਚ ਲੈ ਹੋਊਗੀ, ਉਹਨੂੰ ਦਰਸ਼ਨ ਹੋਊਗਾ। ਉਹੀ ਬਾਬਾ ਫਰੀਦ ਜੀ ਸਮਝਾ ਰਿਹਾ, ਕੁਛ ਮੈਨੂੰ ਆਸ ਬੱਝੀ ਹੈ ਵੀ ਮਨਾ ਹੁਣ ਤੂੰ ਕਲਪਨਾ ਨਾ ਕਰ। ਪਰ ਇਹ ਕਲਪਨਾ ਕਿਉਂ ਹੁੰਦੀ ਹੈ? ਅੱਖੀਂ ਵੇਖ ਨਾ ਰੱਜੀਆਂ ਉਹ ਰੰਗ ਤਮਾਸੇ। ਇਹ ਰੱਜਦੀਆਂ ਨਹੀਂ ਹੈਗੀਆਂ, ਇੱਛਾ ਪੈਦਾ ਹੁੰਦੀਆਂ, ਪਰ ਅਸੀਂ ਇੱਛਾ ਨੂੰ ਰੋਕ ਨਹੀਂ ਸਕਦੇ। ਫਰੀਦਾ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਸਰਵਰ ਜਬ ਉਸਲੇ ਤਾਂ ਪੰਥ ਦਹੇਲਾ। ਜਦੋਂ ਸਮਾਂ ਨਿਕਲ ਜਾਂਦਾ ਹੈ, ਇੱਛਾ ਦਾ ਜਿਹੜਾ ਹੈਗਾ ਜ਼ੋਰ ਵੱਧ ਜਾਂਦਾ, ਬੁੱਧੀ ਬਲ ਕਮਜ਼ੋਰ ਹੋ ਜਾਂਦੇ ਨੇ, ਸਾਡਾ ਜੀਵਨ ਐਂ ਨਿਕਲ ਜਾਂਦਾ। ਨੌਵੇਂ ਪਾਤਸ਼ਾਹ ਸਮਝਾਉਂਦੇ ਨੇ, ਵਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੇ ਆਉਣ। ਜਦੋਂ ਕਾਲ ਆ ਜਾਂਦਾ ਭਾਈ, ਫਿਰ ਆਪਣਾ ਸੰਸਾਰ 'ਤੇ ਆਉਣਾ ਨਿਸ਼ਫਲ ਹੋ ਜਾਂਦਾ। ਇਹ ਐਸੀ ਭਗਤੀ ਹੈ, ਆਪਾਂ ਕੰਮ ਕਾਰ ਕਰਦੇ ਵੀ ਕਰ ਸਕਦੇ ਹਾਂ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਉਹਦੀ ਭਗਤੀ ਕਰਨੀ ਹੈ, ਆਪ ਨਹੀਂ ਭਗਤੀ ਕਰਾਉਣੀ ਕਿਸੇ ਤੋਂ, ਆਪ ਨਹੀਂ ਵੱਡੇ ਬਣਨਾ। ਹੋਏ ਨਿਵਾਣਾ ਜਗ ਰਹੇ ਦਰਗੇ, ਮਾਣ ਨਿਵਾਣਾ ਪਾਵੇ। ਤਾਂ ਇੱਥੋਂ ਸਾਡਾ ਸੰਸਕਾਰ 'ਚੋਂ ਛੁਟਕਾਰਾ ਹੋਣਾ। ਜੇ ਸਾਡਾ ਹੰਕਾਰ ਵੱਧ ਗਿਆ, ਸੰਸਾਰ ਦੀਆਂ ਮੱਤਾਂ ਦੇ ਨਾਲ ਚੱਲ ਕੇ ਜੋ ਅਸੀਂ ਦੇਖ ਰਹੇ ਹਾਂ, ਸਾਡੇ ਅੰਦਰ ਵੀ ਉਹ ਇੱਛਾ ਪੈਦਾ ਹੋ ਗਈ, ਤਾਂ ਸਾਡਾ ਸੰਸਾਰ 'ਤੇ ਆਉਣਾ ਨਿਸ਼ਫਲ ਹੋ ਜਾਊਗਾ। ਅਤੇ ਜੰਮਣ ਮਰਨ ਨੂੰ ਅਸੀਂ ਫਿਰ ਚਲੇ ਜਾਵਾਂਗੇ। 84 ਲੱਖ ਦਾ ਗੇੜਾ ਸਾਨੂੰ ਫਿਰ ਭੁਗਤਣਾ ਪਊਗਾ। ਉਹੀ ਬੁੱਧੀ ਮਨ ਨੂੰ ਸਮਝਾਉਂਦੀ ਹੈ, ਮੈਨੂੰ ਆਸ ਬੱਝੀ ਹੈ ਮਨਾ, ਹੁਣ ਤੂੰ ਕਲਪਨਾ ਨਾ ਕਰ, ਹੁਣ ਸ਼ਾਂਤ ਹੋ ਜਾ। ਜਿਵੇਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਨੇ ਆਪਾਂ ਲੈਂਦੇ ਹਾਂ,
ਐ ਮਨ ਮੇਰਿਆ ਸਦਾ ਰਹੋ ਹਰ ਨਾਲੇ। ਫਿਰ ਬੁੱਧੀ ਗਿਆਨਵਾਨ ਹੋ ਜਾਂਦੀ ਹੈ। ਮਨ ਬੁੱਧੀ ਗਿਆਨਵਾਨ ਹੋਣ ਤੋਂ ਬਾਅਦ ਫਿਰ ਕਲਪਨਾ ਤੋਂ ਬਚੇ ਰਹਿੰਦੇ ਆ, ਕਾਲ ਤੋਂ ਬਚੇ ਰਹਿੰਦੇ ਆ। ਜਦੋਂ ਤੱਕ ਅਸੀਂ ਕਲਪਨਾ ਸਾਡੇ ਅੰਦਰ ਚੱਲਦੀ ਆ, ਆਪਾਂ ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ, ਸੋਚੇ ਸੋਚ ਨਾ ਹੋਵੇ। ਸੋਚਦੀਆਂ ਉਹ 'ਚੋਂ ਚਿੰਤਾ ਪੈਦਾ ਹੁੰਦੀ, ਤਾਂ ਸਤਿਗੁਰਾਂ ਨੇ ਮਨਾ ਕੀਤਾ ਆਪਾਂ ਨੂੰ ਵੀ ਭਾਈ ਉਹ ਚਿੰਤਾ ਪੈਦਾ ਹੋਊਗੀ। ਪਰ ਇਹ ਵੀ ਸਤਿਗੁਰ ਸਮਝਾਉਂਦੇ ਨੇ ਨਾਲ, ਚੁੱਪੇ ਚੁੱਪ ਨਾ ਹੋਵੇ ਵੀ ਬਹੁਤ ਛੇਤੀ ਮਨ ਚੁੱਪ ਕਰ ਜੀ, ਇਹ ਵੀ ਨਹੀਂ ਹੁੰਦਾ। ਮਨ ਵਸਾਵੇ ਨਾਨਕਾ ਜੀ ਪੂਰਨ ਕਿਰਪਾ ਹੋਏ। ਪੂਰਨ ਕਿਰਪਾ ਲੈਣੀ ਹੈ ਆਪਾਂ, ਕੁਦਰਤ ਦੀ ਰਹਿਮਤ ਲੈਣੀ ਹੈ। ਇਹ ਭਗਤ ਮਾਰਗ 'ਤੇ ਚੱਲਣਾ ਵਾ ਆਪਾਂ। ਬਾਬਾ ਫਰੀਦ ਜੀ ਦਾ ਦੂਆ ਸਲੋਕ ਲੈਂਦੇ ਹਾਂ। ਕੀ ਸਮਝਾਉਂਦੇ ਨੇ? ਕਾਗਾ ਚੂੰਡ ਨਾ ਪਿੰਜਰਾ, ਬਸੇ ਤਾਂ ਉੱਡਰ ਜਾਏ, ਚਿੱਤ ਪਿੰਜਰੇ ਮੇਰਾ ਸੋਹ ਬਸੇ, ਮਾਸ ਨਾ ਤੇਦੋ ਖਾਏ। ਆਪਾਂ ਤਿੰਨੇ ਸਲੋਕਾਂ ਨੂੰ, ਦੋ ਪਹਿਲਾਂ ਵਿਚਾਰੇ, ਆਪਾਂ ਤੀਜਾ ਵੀ ਲੈ ਲੈਂਦੇ ਹਾਂ ਅਤੇ ਆਪਾਂ ਨੂੰ ਸਮਝ ਆ ਜਾਵੇ ਵੀ ਭਗਤ ਜੀ ਕੀ ਸਮਝਾਉਣਾ ਚਾਹੁੰਦੇ। ਇੱਥੇ ਬੁੱਧੀਮਾਨ ਨੂੰ ਕਹਿੰਦੀ ਹੈ, ਕਾਗਾ ਚੂੰਡ ਨਾ ਪਿੰਜਰਾ, ਹੇ ਮਨਾ ਕਲਪਨਾ ਨਾ ਕਰ। ਇਹ ਜਿਹੜਾ ਬੁੱਧ ਬਾਲ ਪਿੰਜਰਾ ਆਪਣਾ, ਇਹ ਜਿਹੜੀ ਨਿਰਾਕਾਰ ਦੇ ਜਿਹਨੂੰ ਕਾਇਆ ਕਿਹਾ ਬਾਣੀ ਵਿੱਚ, ਇਹ ਸਰੀਰ ਨਹੀਂ, ਇਹ ਤਾਂ ਮਿੱਟੀ ਦਾ ਇੱਥੋਂ ਮਿਲਿਆ, ਇੱਥੇ ਹੀ ਛੱਡ ਦੇਣਾ ਵਾ ਆਪਾਂ। ਇਹ ਤਾਂ ਇੱਕ ਪਲੇਟਫਾਰਮ ਆ, ਜਿਵੇਂ ਆਪਾਂ ਟ੍ਰੇਨ 'ਚ ਬਹਿੰਦੇ ਹਾਂ ਪਲੇਟਫਾਰਮ 'ਤੇ, ਉਹ ਟ੍ਰੇਨ ਬਹਿਣ ਖਾਤਰ ਹੀ ਆ ਇਹ। ਇੱਕ ਪਲੇਟਫਾਰਮ ਆਪਾਂ ਨੂੰ ਮਿਲਿਆ ਵਾ, ਮਨੁੱਖਾਂ ਦੇ ਹੀ ਮਿਲੀ ਹੈ ਆਤਮਾ ਨੂੰ ਪ੍ਰਾਤਮਾ 'ਚ ਲੈ ਹੋਣ ਖਾਤਰ, ਜਿਹਦੇ ਨਾਲ ਦੀ ਨਾਮ ਦੀ ਭਗਤੀ ਸ਼ੁਰੂ ਹੋ ਜਾਏ, ਆਪਦੇ ਘਰ ਸੱਚਖੰਡ ਪਹੁੰਚ ਜਾਵੇ। ਪਰ ਅਸੀਂ ਪਲੇਟਫਾਰਮ 'ਤੇ ਬੈਠੇ ਰਹਿੰਦੇ ਹਾਂ, ਟ੍ਰੇਨਾਂ ਨਿਕਲੀ ਜਾਂਦੀਆਂ ਨੇ। ਜੇ ਫਿਰ ਅਸੀਂ ਵਿਚਾਰ ਕਰਦੇ ਵੀ ਆ, ਧਰਮ ਕਰਮ ਕਰਦੇ ਹਾਂ, ਸਰੀਰ ਕਰਕੇ ਉਹ 'ਚੋਂ ਹੰਕਾਰ ਪੈਦਾ ਹੋ ਜਾਂਦੇ, ਫਿਰ ਹੁਕਮ ਦਾ ਵਿਰੋਧ ਕਰਨੇ। ਹੁਕਮ ਦਾ ਵਿਰੋਧ ਕਰਨਾ, ਟ੍ਰੇਨ ਦੇ ਅੱਗੇ ਖੜਨਾ, ਮੌਤ ਕਾਲ। ਜੇ ਅਸੀਂ ਟ੍ਰੇਨ ਦੇ ਵਿੱਚ ਬਹਿ ਜਾਈਏ ਤਾਂ ਸਾਡਾ ਸਫ਼ਰ ਸ਼ੁਰੂ ਹੋ ਜਾਂਦਾ, ਜੇ ਅੱਗੇ ਖੜਾਂਗੇ ਤਾਂ ਮੌਤ ਆ। ਹੁਕਮ ਦੇ ਅੱਗੇ ਖੜਨਾ, ਵਿਰੋਧ ਕਰਨਾ, ਸਾਡੇ ਨਾਲ ਕਿਉਂ ਹੋਇਆ, ਕਾਹਤੇ ਹੋਇਆ, ਕਿਉਂ ਹੋ ਰਿਹਾ, ਅਸੀਂ ਕੀ ਵਿਗਾੜਤਾ ਰੱਬ ਦਾ, ਉਹੀ ਕਾਲ ਹੈ ਭਾਈ। ਜੋ ਹੋ ਰਿਹਾ ਉਹਨੂੰ ਮਿੱਠਾ ਕਰਕੇ ਮੰਨਣਾ ਵਾ, ਬਾਣੀ ਨੂੰ ਸੱਤ ਕਰਕੇ ਮੰਨਣਾ। ਸਤਿਗੁਰ ਕੀ ਬਾਣੀ ਸੱਤ, ਸੱਤ ਕਰ ਜਾਣੋ ਗੁਰਸਿੱਖੋ, ਕਰਤਾ ਮੁਖੋਂ ਆਪ ਕਢਾਵੇ। ਇਹ ਬਾਣੀ ਸੱਚੀ ਹੈ ਭਾਈ, ਇਹ ਰਾਮ ਕਥਾ ਹੈ, ਜੁਗ ਜੁਗ ਅਟਲ, ਇਹ ਹਮੇਸ਼ਾ ਹੀ ਹੈ, ਰਹੂਗੀ। ਸੰਸਾਰ ਰਹੇ ਨਾ ਰਹੇ, ਜਦ ਤੱਕ ਸੰਸਾਰ ਹੈ ਬਾਣੀ ਅਮਰ ਹੈ, ਹੁਕਮ ਅਮਰ ਹੈ, ਇਹ ਅਕੱਟ ਵਾ, ਇਹਨੂੰ ਕੋਈ ਨਹੀਂ ਕੱਟ ਸਕਦਾ। ਉਹੀ ਬਾਬਾ ਫਰੀਦ ਜੀ ਸਮਝਾ ਰਹੇ ਨੇ, ਕਾਗਾ ਚੂੰਡ ਨਾ ਪਿੰਜਰਾ, ਬਸੇ ਤਾਂ ਉੱਡਰ ਜਾਏ। ਹੇ ਮਨਾ, ਜੇ ਤੂੰ ਬਸਣਾ ਚਾਹੁੰਦਾ, ਤੂੰ ਸਦੀਵੀ ਜੀਵਨ ਚਾਹੁੰਦਾ, ਫਿਰ ਉੱਡ ਜਾ ਇੱਥੋਂ। ਕਿੱਥੋਂ ਉੱਡ ਜਾਵੇ? ਆਹ ਤਰਕੁੱਟੀ ਜਿਹਨੂੰ ਆਪਾਂ ਕਹਿੰਦੇ, ਆਪਣਾ ਸਿਰ, ਇਹਨੂੰ 10ਵਾਂ ਦੁਆਰ ਵੀ ਕਹੀ ਜਾਂਦੇ ਨੇ। ਕਹਿੰਦੇ ਸਿਰ ਦੇ ਵਿੱਚ 10ਵਾਂ ਦੁਆਰ ਹੈ। ਨਹੀਂ ਭਾਈ, ਇਹ ਤਿਰਕੁੱਟੀ ਹੈ। ਇੱਥੋਂ 3 ਲੋਕਾਂ ਦਾ ਗਿਆਨ ਪੈਦਾ ਹੁੰਦਾ। ਜਦੋਂ ਅਸੀਂ ਸੁੱਤੇ ਉੱਠਦੇ ਹਾਂ, ਸੌਂਦੇ, ਉਦੋਂ ਅਸੀਂ 10ਵੇਂ ਦੁਆਰ ਹੁੰਦੇ। ਪਰ ਜੋ ਜਾਂਦੇ ਹਾਂ ਅਸੀਂ, ਜਿਵੇਂ ਮਦਹੋਸ਼ ਕੋਈ ਸ਼ਰਾਬੀ ਹੋ ਕੇ ਜਾਂਦਾ, ਐਂ ਜਾ ਕੇ ਅੱਖਾਂ ਸਾਡੀਆਂ ਬੰਦ ਹੁੰਦੀਆਂ, ਅਸੀਂ ਉਹ ਸੌਂਦੇ ਉੱਥੇ ਹੀ, ਹੋਰ ਤਾਂ ਜਗ੍ਹਾ ਹੀ ਨਹੀਂ ਹੈਗੀ ਕੋਈ। ਜਦੋਂ ਅਸੀਂ ਜਾਗਦੇ ਹਾਂ, ਸੁਰਤ ਸਾਡੀ ਸਿੱਧੀ ਬਰੇਨ 'ਚ ਆ ਜਾਂਦੀ ਹੈ। ਇਹਨੂੰ ਤਿਰਕੁੱਟੀ ਕਿਹਾ। ਇੱਥੋਂ 3 ਲੋਕਾਂ ਦਾ ਗਿਆਨ ਪੈਦਾ ਹੁੰਦਾ ਵਾ। ਕਿਵੇਂ ਪੈਦਾ ਹੁੰਦਾ? ਜੋ ਅਸੀਂ ਦੇਖਦੇ ਹਾਂ, ਸਾਡੇ ਗਿਆਨ ਅੰਦਰ ਇੱਛਾ ਪੈਦਾ ਕਰ ਲੈਂਦੇ ਨੇ। ਰਾਜੇ ਨੂੰ ਦੇਖਦੇ, ਰਾਜ ਦੀ ਇੱਛਾ ਪੈਦਾ ਕਰ ਲੈਂਦੇ ਨੇ। ਮਾਇਆ ਦੇਖਦੇ, ਮਾਇਆ ਦੀ ਇੱਛਾ ਪੈਦਾ, ਕੋਈ ਵੱਡੇ ਰੁਤਬੇ ਜੋ ਵੀ ਦੇਖਦੇ ਹਾਂ, ਸਾਡੇ ਅੰਦਰ ਇੱਛਾ ਵੱਧਦੀਆਂ ਚਲੀ ਜਾਂਦੀ। ਇਹਨੂੰ ਤਿਰਕੁੱਟੀ ਕਿਹਾ ਵਾ। ਇਹਨੂੰ ਆਪਾਂ 10ਵਾਂ ਦੁਆਰ ਕਹੀ ਜਾਂਦੇ ਹਾਂ। 10ਵਾਂ ਦੁਆਰ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਭਾਈ ਹੈਗਾ, ਉਹੀ ਤਾਂ ਹਰ ਦੁਆਰ ਹੈ 10ਵਾਂ ਦੁਆਰ। ਤਿਰਕੁੱਟੀ ਛੁੱਟੇ, 10ਵਾਂ ਦਰ ਖੁੱਲ੍ਹੇ, ਤਾਂ ਮਨ ਖੀਵਾ ਭਾਈ। ਤਾਂ ਸਿਆਣਾ ਮਾਂ ਜੇ ਆਪਦੇ ਘਰ ਪਹੁੰਚ ਜਾਵੇ, ਬੈਠਾ ਤਿਰਕੁੱਟੀ ਹੈ, ਮ੍ਰਿਤ ਲੋਕ 'ਚ ਬੈਠਾ, ਇਹਨੂੰ ਮੜੀ ਵੀ ਕਿਹਾ ਵਾ। ਕਿਉਂਕਿ ਅਵਸ਼ ਮਰਨਾ ਹੈ ਆਪਾਂ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਬਾਣੀ ਨੇ ਜੀਵਨ ਮਾਈ ਸਾਜਣਾ ਆਪਣਾ, ਉਹ ਤਾਂ ਸਾਜੂਗੀ ਜੇ ਆਪਾਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ। ਉਹੀ ਬੁੱਧੀਮਾਨ ਨੂੰ ਸਮਝਾ ਰਹੀ ਹੈ, ਕਾਗਾ ਚੂੰਡ ਨਾ ਪਿੰਜਰਾ, ਬਸੇ ਤਾਂ ਉੱਡਰ ਜਾਏ। ਜੇ ਤੂੰ ਬਸਣਾ ਚਾਹੁੰਦਾ, ਇੱਥੋਂ ਉੱਡ ਜਾ। ਕਿਵੇਂ ਉੱਡੇ ਹੋਣੇ? ਕਿਵੇਂ ਮਾਇਆ ਤੋਂ ਛੁਟਕਾਰਾ ਹੋਵੇ? ਆਓ ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਹਾਂ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇਆ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਇਹ ਗਿਆਨ ਦੇ ਗੁਰਦੇਵ ਕਿਰਪਾ ਕਰ, ਇਹ ਜਮਾਂ ਤੋਂ ਸਾਡਾ ਖਹਿੜਾ ਛੁੱਟ ਜਾਵੇ। ਇਹ ਵਿਕਾਰ ਛੱਡਦੇ ਨਹੀਂ ਹੈਗੇ, ਇਹੀ ਤਾਂ ਕਾਲ ਰੂਪ ਨੇ। ਮਨ ਇਹਦੇ ਨਾਲ ਜੁੜਿਆ ਰਹਿੰਦਾ, ਇੱਛਾ ਵੱਧਦੀ, ਜਦੋਂ ਸਮਾਂ ਆ ਜਾਂਦਾ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੇ ਹੁਣ ਜਾਨੂੰ, ਫਿਰ ਜੰਮਣ ਮਰਨ ਨੂੰ ਪਾਇਆ ਜਾਂਦਾ। ਇਹਨੂੰ ਸਮਝ ਹੀ ਨਹੀਂ ਆਉਂਦੀ ਹੈ ਕਿ ਸਾਡਾ ਜੀਵਨ ਸੰਸਾਰ 'ਤੇ ਆਉਣਾ ਹੀ ਨਿਸਫਲ ਹੋ ਜਾਂਦਾ। ਉਹੀ ਬੁੱਧੀਮਾਨ ਨੂੰ ਸਮਝਾ ਰਹੀ ਹੈ, ਕਾਗਾ ਚੂੰਡ ਨਾ ਪਿੰਜਰਾ, ਬਸੇ ਤਾਂ ਉੱਡਰ ਜਾਏ, ਜਿੱਤ ਪਿੰਜਰੇ ਮੇਰਾ ਸਹੁ ਬਸੇ, ਮਾਸ ਨਾ ਤੇਦੋ ਖਾਏ। ਸਹੁ ਜਿਹੜਾ ਹੈਗਾ ਵਾ, ਹਰ ਸਾਡਾ ਮੂਲ, ਜਿਹਨੂੰ ਬਾਣੀ ਵਿੱਚ ਗੋਬਿੰਦ ਵਾਸਦੇਵ ਦੇਵ ਅੰਤਰਦੇਵ ਨਾ ਜਾਣੇ ਅੰਤਰ, ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ, ਹਰ ਜਸ ਗਾਏ ਲੈ ਮਨਾ, ਜੋ ਸੰਗੀ ਹੈ ਤੇਰੋ। ਉਹੀ ਤਾਂ ਹੈ, ਉਹੀ ਤਾਂ ਪ੍ਰੀਤਮ ਹੈ। ਉੱਥੇ ਜਾ ਕੇ ਸਾਡਾ ਕਾਲ ਤੋਂ ਛੁਟਕਾਰਾ ਹੁੰਦਾ ਹੈ।
ਉਹਨੂੰ ਦੇਵ ਲੋਕ ਕਹਿੰਦੀ ਹੈ ਬਾਣੀ। ਅਵਸਥਾ ਦੇ ਨਾਂ ਨੇ ਭਾਈ। ਅੰਮ੍ਰਿਤ ਲੋਕ ਹੈ, ਇੱਥੋਂ ਸਾਡਾ ਖਹਿੜਾ ਛੁੱਟਣਾ ਗੁਰ ਸ਼ਬਦ ਦੇ ਗਿਆਨ ਨਾਲ, ਫਿਰ ਸਾਨੂੰ ਮਨ ਨੂੰ ਸੰਤੋਖ ਆ ਜਾਣਾ, ਮੁਕਤੀ ਮਿਲ ਜਾਣੀ, ਦੋ ਪਦਾਰਥ ਮਿਲ ਜਾਣੇ। ਦੋਏ ਪਦਾਰਥ ਤੋਂ ਬਾਅਦ ਫਿਰ ਸਹਿਜ ਦੁਨੀਆ 'ਚ ਚਲੇ ਜਾਂਦੇ, ਉੱਥੇ ਨਾਮ ਦੀ ਭਗਤੀ ਸਾਡੀ ਸ਼ੁਰੂ ਹੁੰਦੀ ਹੈ। ਉਹ ਹਰ ਦੇ ਚਰਨਾਂ 'ਚ ਅਸੀਂ ਪਹੁੰਚ ਜਾਂਦੇ ਹਾਂ, ਫਿਰ ਹਰ ਦੇ ਗੁਣ ਗਾਏ ਜਾਂਦੇ ਆ। ਪਹਿਲਾਂ ਤਾਂ ਆਪਦੇ ਹੀ ਗਵਾਉਂਦਾ ਵਾ, ਉੱਥੇ ਜਾ ਕੇ ਅਕਾਲ ਤੋਂ ਇਹਦਾ ਛੁਟਕਾਰਾ ਹੁੰਦਾ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਆਪਾਂ ਵੀ ਉੱਥੇ ਪਹੁੰਚੇ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਜਿਲੇ ਕੀਤੀ ਛੁੱਟੀ ਨਾਲ। ਕਿੰਨੇ ਹੀ ਉਹ ਗੁਰਸਿੱਖਾਂ ਨਾਲ ਹੋਰ ਨਿਕਲ ਜਾਂਦੇ ਨੇ। ਉਹ ਗਿਆਨ ਹੀ ਫਿਰ ਧਿਆਨ ਬਣ ਜਾਂਦਾ। ਧਿਆਨ ਤੋਂ ਬਾਅਦ ਆਰਾਧਨਾ ਹੁੰਦੀ ਹੈ, ਅਸੀਂ ਸਿੱਧੀ ਆਰਾਧਨਾ ਕਰਦੇ ਹਾਂ। ਆਰਾਧਨਾ ਤਾਂ ਫਿਰ ਉਹਦੀ ਕਰਾਂਗੇ ਜੋ ਸਾਡੇ ਅੰਦਰ ਇੱਛਾ ਨੇ, ਉਹੀ ਸਾਨੂੰ ਮਿਲ ਜਾਣਾ। ਫਿਰ ਸਾਈਂ ਵਸਤ ਪ੍ਰਾਪਤ ਹੋਈ, ਜਾਂ ਸਿਉ ਲਾਇਆ ਹੈ ਸਤਿਗੁਰ ਸਮਝਾਉਂਦੇ ਨੇ, ਉਹੀ ਚੀਜ਼ ਮਿਲਣੀ ਹੈ। ਭਾਈ ਜੀ ਨੂੰ ਪ੍ਰੇਮ ਕਰਾਂਗੇ। ਫਿਰ ਆਪਾਂ ਸਲੋਕ ਵਿਚਾਰਦੇ ਹਾਂ ਬਾਬਾ ਫਰੀਦ ਜੀ ਦਾ। ਕਾਗਾ ਕਰੰਗ ਢਢੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋ ਫਿਰ ਦੇਖਣ ਕੀ। ਇਸ ਬਾਹਰਲੀ ਗੱਲ ਨਹੀਂ ਭਾਈ, ਬਾਹਰਲੇ ਤਾਂ ਉਪਦੇਸ਼ ਨੇ। ਇਹ ਮਨ ਬੁੱਧੀ ਨੇ ਆਪਦੇ ਘਰ ਪਹੁੰਚਣਾ, ਇਹਦੀ ਗਤੀ ਹੋਣੀ ਹੈ ਗੁਰਸ਼ਬਦ ਦੇ ਗਿਆਨ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਾਡਾ ਵੀ ਸੰਸਾਰ ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।